ਫਾਸਟਵੇ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਲਾਲ ਕਮਲ ਇਸ ਟਾਈਮ ਮੌਜੂਦ ਹਾਂ FCI ਦੇ ਗੋਡਾਊਨਾਂ ਦੇ ਵਿੱਚ, ਜਿੱਥੇ ਕਿ ਇਹ ਸਾਰੇ ਪਿੰਡ ਵਾਸੀ ਜਿਹੜੇ ਅਸੀਂ ਤੁਹਾਨੂੰ ਪਿੱਛੇ ਖੜੇ ਦਿਖਾ ਰਹੇ ਹਾਂ, ਇਹ ਸਾਰੇ ਪਿੰਡ ਵਾਸੀ ਇਸ ਗੱਲ ਦੀ ਦੁਹਾਈ ਦੇ ਰਹੇ ਨੇ ਕਿ ਸਟੋਰ ਦੇ ਵਿੱਚੋਂ ਨਿਕਲਦੀ ਸੁਸਰੀ ਜਿਹੜੀ ਉਹਨਾਂ ਦੇ ਘਰਾਂ ਤੱਕ ਪਹੁੰਚਦੀ ਹੈ। ਲੋਕ ਪੰਜਾਬ ਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਤੋਂ ਦੁਖੀ ਆ, ਲੋਕ ਗੈਂਗਸਟਰਾਂ ਤੋਂ ਦੁਖੀ ਆ, ਗੈਂਗਵਾਰ ਤੋਂ ਦੁਖੀ ਆ, ਲੋਕ ਮਹਿੰਗਾਈ ਤੋਂ ਦੁਖੀ ਆ, ਲੋਕ ਵੱਧ ਰਹੀਆਂ ਪੈਟਰੋਲ ਦੀਆਂ ਕੀਮਤਾਂ ਤੋਂ ਦੁਖੀ ਆ। ਪਰ ਜਿਹੜੇ ਇਹ ਚਾਰ ਪਿੰਡਾਂ ਦੇ ਲੋਕ ਜਿਹੜੇ ਆ ਇਹ ਸੁਸਰੀ ਤੋਂ ਦੁਖੀ ਆ। ਔਰ ਇਹਦੇ ਵਿੱਚ ਕਾਰਨ ਕੀ ਆ ਕਿ ਇਹਦੀ ਜਿਹੜੀ ਸੁਸਰੀ ਹੈ ਜਿਹੜੀ ਉਹ ਰੁਕ ਕਿਉਂ ਨਹੀਂ ਰਹੀ? ਕੀ ਜਿਹੜੀ ਇਹਦੇ ਵਿੱਚ ਜਿਹੜੇ ਗੋਡਾਊਨ ਮਾਲਕ ਆ ਜਿਹੜੀ ਉਹਨਾਂ ਦੀ ਲਾਪਰਵਾਹੀ ਆ, ਜਾਂ ਫਿਰ ਇਹਦੇ ਵਿੱਚ ਕੋਈ ਪਿੰਡ ਵਾਸੀਆਂ ਦਾ ਵਿਚਾਰਿਆਂ ਦਾ ਕਸੂਰ ਹੈ ਜਿਨ੍ਹਾਂ ਨੂੰ ਰਾਤ ਨੂੰ ਸੌਣਾ ਨਹੀਂ ਮਿਲਦਾ ਅਤੇ ਬੱਚੇ ਜਦੋਂ ਸਕੂਲ ਜਾਂਦੇ ਤੇ ਉਹਨਾਂ ਨੂੰ ਚੱਕ ਕੇ ਖੜਾ ਕਰਨਾ ਪੈਂਦਾ ਕਿ ਜਿਹੜੇ ਬੱਚੇ ਆ ਉਹ ਰਾਤ ਨੂੰ ਸੌਂਦੇ ਨਹੀਂ, ਕਿਉਂਕਿ ਸੁਸਰੀ ਜਦੋਂ ਉਹਨਾਂ ਨਾਲ ਲੜਦੀ ਆ ਤਾਂ ਉਹ ਅਨੀਂਦੇ ਰਹਿ ਜਾਂਦੇ ਆ। ਆਓ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹਾਂ ਔਰ ਇੱਥੇ ਦੇ ਜਿਹੜੇ ਇੰਚਾਰਜ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਔਰ ਦਿਖਾਉਂਦੇ ਹਾਂ ਤੁਹਾਨੂੰ ਕਿ ਇੱਥੇ ਦੇ ਜਿਹੜੇ ਇੰਚਾਰਜ ਆ ਉਹ ਕਿੱਦਾਂ ਆਨੇ ਬਹਾਨੇ ਜਿਹਾ ਮਾਰ ਕੇ ਖਤਮ ਕਰਦੇ ਆ ਕੁਛ ਇੱਦਾਂ ਦੀਆਂ ਗੱਲਾਂ ਕਰਕੇ ਜਿਹੜਾ ਇਹ ਸਾਰੇ ਮਾਮਲੇ ਨੂੰ ਟਾਲਣਾ ਚਾਹੁੰਦੇ ਨੇ। ਮੈਨੂੰ ਟੇਕ ਚੰਦ ਜੀ, ਇਹ ਆਪਣੀ ਕੀ ਅਹੁਦਾ ਇੱਥੇ? ਮੈਂ ਇੱਥੇ ਕਲਸਟਰ ਆਫਿਸਰ ਹੋ ਅਤੇ ਕੀ ਕਰਨੇ ਆ ਕਿ ਜਿਹੜੀ ਸੁਸਰੀ ਜਿਹੜੀ ਉਹ ਬਾਹਰ ਜਾ ਰਹੀ ਹੈ? ਸੁਸਰੀ ਜੀ ਨੈਚੁਰਲ ਆ, ਮਤਲਬ ਇਹਦਾ ਕੰਟਰੋਲ ਕਰ ਰਹੇ ਆ। ਹਫਤੇ ਦੇ ਵਿੱਚ ਅਸੀਂ ਸਾਰਾ ਦਵਾਈ ਪੈ ਜਾਣੀ ਹੈ। ਨੈਚੁਰਲ ਕੀ ਆ ਕਿ ਨੈਚੁਰਲ ਇਹ ਆ ਕਿ ਲੋਕਾਂ ਦੇ ਘਰਾਂ 'ਚ ਜਾ ਕੇ ਉਹਨੂੰ ਸੌਣ ਨਾ ਦੇਵੇ? ਨਹੀਂ, ਲੋਕਾਂ ਦੇ ਘਰਾਂ 'ਚ ਨਹੀਂ ਅਸੀਂ ਇਹ ਤਾਂ ਹੁਣ ਬਾਹਰ ਦਰਖਤ ਵੀ ਲੱਗੇ ਉਹਨਾਂ 'ਚੋਂ ਵੀ ਹੋ ਸਕਦੀ ਆ। ਇਹ ਦਰਖਤਾਂ 'ਚ ਵੀ ਸੁਸਰੀ ਆ ਜਾਂਦੀ ਆ? ਹਾਂ। ਅਤੇ ਉਹ ਸੁਸਰੀ ਜਿਹੜੀ ਆ ਦਰਖਤਾਂ ਵਾਲੀ ਘਰਾਂ ਚਲ ਜਾਂਦੀ ਆ? ਨਹੀਂ, ਇਹ ਤਾਂ ਹੁਣ ਸਾਨੂੰ ਤਾਂ ਪਤਾ ਨਹੀਂ ਕਿ ਘਰਾਂ 'ਚੋਂ ਕਿੱਥੇ ਜਾਂਦੀ। ਤੁਹਾਨੂੰ ਕੀ ਪਤਾ ਆ? ਤੁਹਾਨੂੰ ਪੈਸੇ ਲੈਣ ਦਾ ਪਤਾ ਇੱਥੋਂ ਵੀ ਪੈਸੇ ਇਕੱਠੇ ਕਰਨੇ ਆ ਗੌਰਮੈਂਟ ਤੋਂ? ਵੀ ਤੁਹਾਨੂੰ ਇਹ ਪਤਾ ਵੀ ਪੈਸੇ ਇਕੱਠੇ ਕਰਨੇ ਆ, ਆਪਾਂ ਗੌਰਮੈਂਟ ਤੋਂ ਪੈਸੇ ਲੈਣੇ ਆ, ਉਹਨਾਂ ਦਾ ਗੌਰਮੈਂਟ ਦਾ ਸਮਾਨ ਰੱਖ ਕੇ ਬੈਠੇ ਹੋ, ਸੰਭਾਲ ਦੀ ਜ਼ਿੰਮੇਵਾਰੀ ਤੁਹਾਡੀ ਨਹੀਂ? ਸੰਭਾਲ ਕਰ ਰਹੇ ਆ ਸਰ, ਬੰਦੇ ਵੈਰੀਫਾਈ ਕਰਕੇ ਆਏ ਆ ਸਰ, ਸੰਭਾਲ ਕਰ ਰਹੇ ਆ। ਦਵਾਈ ਪੈ ਰਹੀ ਹੈ। ਦਵਾਈ ਪੈ ਰਹੀ ਹੋਵੇ ਤਾਂ ਫਿਰ ਦੁਹਾਈ ਕਿਉਂ ਪੈ ਰਹੀ ਹੈ? ਨਹੀਂ, ਹੌਲੀ ਹੌਲੀ ਕੰਟਰੋਲ ਹੋਣਾ, ਮਤਲਬ ਦਵਾਈ ਪੈ ਰਹੀ ਆ ਕੰਟੀਨਿਊ। ਦਵਾਈ ਪੈ ਰਹੀ ਆ ਨਾ, ਦਵਾਈ ਪੈ ਰਹੀ, ਜਿਹੜੀ ਦੁਹਾਈ ਪੈ ਰਹੀ ਆ ਲੋਕਾਂ ਦੇ ਵਿੱਚ ਕਿ ਲੋਕਾਂ ਨੂੰ ਸੌਣ ਨਹੀਂ ਦਿੰਦੀ ਸੁਸਰੀ। ਤੁਸੀਂ ਇੱਥੇ ਰਾਤ ਇੱਕ ਕੱਟ ਕੇ ਦੇਖੀ ਕਦੀ? ਨਹੀਂ, ਰਾਤ ਨਹੀਂ ਕੱਟ ਕੇ ਦੇਖੀ। ਚਲੋ ਨੈਚੁਰਲ ਹੈਗਾ, ਇਹਨੂੰ ਕੰਟਰੋਲ ਕਰ ਰਿਹਾ। ਨੈਚੁਰਲ ਭਾਜੀ ਕੀ ਆ? ਤੁਹਾਨੂੰ ਦਵਾਈ ਦੇ ਪੈਸੇ ਨਹੀਂ ਆਉਂਦੇ, ਗੌਰਮੈਂਟ ਤੁਹਾਨੂੰ ਸਪਰੇਅ ਦੇ ਪੈਸੇ ਨਹੀਂ ਦਿੰਦੀ, ਗੌਰਮੈਂਟ ਤੁਹਾਨੂੰ ਦਵਾਈ ਦੇ ਪੈਸੇ ਨਹੀਂ ਦਿੰਦੀ, ਗੌਰਮੈਂਟ ਤੁਹਾਨੂੰ ਕਿਹੜੀ ਚੀਜ਼ ਦੇ ਪੈਸੇ ਨਹੀਂ ਦਿੰਦੀ? ਜੇ ਪੈਸੇ ਨਹੀਂ ਦਿੰਦੀ ਤਾਂ ਤੁਸੀਂ ਉਹ ਸਪਰੇਅ ਜਾਂ ਦਵਾਈ ਕਿਉਂ ਨਹੀਂ ਰੱਖਦੇ? ਕਰ ਰਿਹਾ ਜੀ, ਸਾਰਾ ਕੁਝ ਕਰ ਰਿਹਾ। ਹੁਣ ਕਰ ਰਹੇ ਆ ਜਦੋਂ ਮਤਲਬ ਲੋਕੀ ਤੰਗ ਹੋ ਗਏ? ਕੰਟੀਨਿਊ ਕਰ ਰਿਹਾ, ਕੰਟੀਨਿਊ ਕਰ ਰਿਹਾ। ਜੇ ਕੰਟੀਨਿਊ ਕੀਤੀ ਹੁੰਦੀ ਤਾਂ ਸੁਸਰੀ ਘਰਾਂ 'ਚ ਕਿੱਦਾਂ ਚੱਲ ਜਾਂਦੀ? ਕੰਟੀਨਿਊ ਕਰਨ ਨੈਚੁਰਲ ਡਿਵੈਲਪਮੈਂਟ ਹੈ ਤਾਂ ਮਤਲਬ ਕੀੜਾ ਨੈਚੁਰਲ ਡਿਵੈਲਪਮੈਂਟ ਕੀੜਾ ਹੁੰਦਾ, ਤੁਹਾਨੂੰ ਦਵਾਈ ਮਾਰਨ ਦੇ ਪੈਸੇ ਮਿਲਦੇ, ਤੁਹਾਨੂੰ ਸੁਸਰੀ ਮਾਰਨ? ਸਰ ਮਾਰ ਰਿਹਾ, ਕੰਟਰੋਲ ਕਰ ਰਹੇ ਆ। ਕੀ ਕੰਟਰੋਲ ਕਰ ਰਹੇ ਆ? ਕੰਟਰੋਲ ਕਰ ਰਹੇ ਆ, ਫਿਊਮੀਗੇਸ਼ਨ ਕਰ ਰਹੇ ਆ, ਕਵਰ ਪਾਏ ਆ। ਸਰਪੰਚ ਸਾਹਿਬ ਵੈਰੀਫਾਈ ਕਰਕੇ ਆਏ ਆ। ਕੀ ਦੇਖੋ ਅੰਦਰ ਪੈ ਰਹੀ ਦਵਾਈ ਪੈ ਰਹੀ ਨਾ ਅੰਦਰ ਲੱਗੇ ਨਹੀਂ ਜਿਹੜੇ ਕਵਰ ਨਹੀਂ ਇੱਦਾਂ ਨਹੀਂ ਕੋਈ ਤੁਸੀਂ ਤਾਂ ਅੱਜ ਕੰਪਲੇਂਟ ਕੀਤੀ, ਅਸੀਂ 15 ਦਿਨ ਪਹਿਲਾਂ ਦੀ ਦਵਾਈ ਚਾਲੂ ਕੀਤੀ ਆ। 15 ਦਿਨ ਪਹਿਲਾਂ ਜਦੋਂ ਤੁਹਾਨੂੰ ਪਤਾ ਲੱਗਦਾ ਕਿ ਸੁਸਰੀ ਜਿਹੜੀ ਹੈ ਲੋਕਾਂ ਦੇ ਘਰਾਂ ਜਾ ਕੇ 4 ਕਿਲੋਮੀਟਰ ਤੱਕ ਮਾਰ ਕਰ ਰਹੀ ਆ, ਤਾਂ ਫਿਰ ਕਿਉਂ ਨਹੀਂ ਕਿਉਂ ਮਤਲਬ ਲੋਕਾਂ ਦੇ ਆਉਣ 'ਤੇ ਹੀ ਤੁਸੀਂ ਕਿਉਂ ਕੰਮ ਕਰਦੇ ਆ? ਟੈਂਪਰੇਚਰ ਜਦੋਂ ਜ਼ਿਆਦਾ ਇਨਕਰੀਜ਼ ਹੋ ਜਾਂਦਾ ਉਦੋਂ ਡਿਵੈਲਪਮੈਂਟ ਹੁੰਦੀ ਹੈ ਜੀ। ਸਰ ਜੀ, ਸਾਡਾ ਕੁਐਸਚਨ ਸਿਰਫ ਇੰਨਾ ਆ, ਜਦੋਂ ਲੋਕ ਤੰਗ ਹੋ ਕੇ ਤੁਹਾਡੇ ਕੋਲ ਆ ਗਏ, ਤੁਸੀਂ ਦਵਾਈ ਪਾਉਣ ਲੱਗ ਪਏ, ਕੀ ਪਹਿਲਾਂ ਤੁਹਾਨੂੰ ਪਤਾ ਨਹੀਂ? ਅਸੀਂ ਅੱਜ ਤੋਂ 15 ਦਿਨ ਪਹਿਲਾਂ ਦੀ ਸ਼ੁਰੂ ਕੀਤੀ ਆ। 15-20 ਦਿਨ ਪਹਿਲਾਂ ਦੀ ਸਾਡਾ ਰਿਕਾਰਡ ਖੋਲ੍ਹ ਕੇ ਦੇਖ ਲਓ, 20 ਦਿਨ ਪਹਿਲਾਂ ਦੀ ਰਿਕਾਰਡ ਚਾਲੂ ਕੀਤੀ ਹੈ। ਤੇ ਕਿੰਨੀ ਦੇਰ ਲੱਗੂਗੀ ਹੁਣ ਇਹਨੂੰ ਕੰਟਰੋਲ? ਮੈਂ ਇੱਕ ਹਫ਼ਤੇ ਦੇ ਵਿੱਚ 15 ਦਿਨ 10 ਦਿਨ ਦੇ ਵਿੱਚ ਅਸੀਂ ਬਿਲਕੁਲ ਇਹਨੂੰ ਕਲੀਅਰ ਕਰ ਦੇਵਾਂਗੇ। ਨਹੀਂ, ਕਿੱਦਾਂ ਕਲੀਅਰ ਕਰੋਗੇ? ਫੜ ਮਾਰੂਗੇ ਸੁਸਰੀ? ਫੜ ਨਹੀਂ, ਕਵਰ ਫਿਊਮੀਗੇਸ਼ਨ ਹੋ ਰਹੀ ਆ। ਕਵਰ ਇੱਕ ਸਟੈਕ ਦੇ ਉੱਪਰ ਕਵਰ ਹੋ ਰਿਹਾ, ਕਵਰ ਫਿਊਮੀਗ ਤੁਸੀਂ ਵੈਰੀਫਾਈ ਕਰ ਲਓ। ਅੰਦਰ ਜਾ ਕੇ ਦੇਖੋ, ਛੱਡਾਂ ਦੇ ਵਿੱਚ ਕਵਰ ਪਿਆ ਉੱਪਰ। ਨਹੀਂ, ਇਹ ਪਹਿਲਾਂ ਕਿਉਂ ਨਹੀਂ ਪੈ ਗਿਆ? ਹਫ਼ਤਾ ਪਹਿਲਾਂ ਪਾਉਂਦੇ ਕਵਰ? ਪਾਏ 20 ਦਿਨ 15 ਦਿਨ ਪਹਿਲਾਂ ਦੇ ਚਾਲੂ ਕੀਤੇ ਆ ਜੀ। ਭਾਜੀ, ਕੀ ਪ੍ਰੋਬਲਮ ਆ ਰਹੀ ਆਪਾਂ ਨੂੰ? ਅੱਜ ਤੋਂ 15 ਦਿਨ ਪਹਿਲਾਂ ਦਾ ਸੁਸਰੀ ਦਾ ਇੰਨਾ ਭਰਮਾਰਿਆ, ਅਸੀਂ ਜਾਣੀ ਕਿ ਬਹੁਤ ਤੰਗ ਆ। ਪਿੰਡ ਖਾਨਪੁਰ, ਲਾਂਦੜਾ, ਜੱਜਾ, ਛੋਟੀਆਂ ਪਾਲਾਂ ਵਾਲੇ ਵੀ ਬਹੁਤ ਦੁਖੀ। 5 ਪਿੰਡਾਂ 6 ਪਿੰਡਾਂ 'ਚ ਇੰਨੀ ਸੁਸਰੀ ਆ ਰਹੀ ਆ, ਕੋਈ ਪਤਾ ਨਹੀਂ ਲੱਗਦਾ। ਹਰੇਕ ਸਾਲ ਸਾਨੂੰ ਇਹੀ ਹਾਲ ਹੁੰਦਾ ਸਾਡੇ ਨਾਲ। ਤਾਂ ਸਾਨੂੰ ਹਰੇਕ ਸਾਲ ਇੱਥੇ ਸਟੋਰਾਂ 'ਚ ਵੀ ਆਉਣਾ ਪੈਂਦਾ, ਪੱਤਰਕਾਰਾਂ ਨੂੰ ਵੀ ਬੁਲਾਉਣਾ ਪੈਂਦਾ ਅਤੇ ਮੰਤਰੀਆਂ ਨੂੰ ਵੀ ਕਹਿਣਾ ਪੈਂਦਾ। ਸਾਰੇ ਕੋਈ ਸਾਡਾ ਮਸਲਾ ਹੱਲ ਨਹੀਂ ਹੋ ਰਿਹਾ। ਹਰੇਕ ਸਾਲ ਹੁਣ ਵੀ ਇਹੀ ਹਾਲ ਆ। ਇੱਕ ਘਰ ਦੇ ਵਿੱਚ 5-5 ਕਿਲੋ ਸੁਸਰੀ ਪਹੁੰਚ ਜਾਂਦੀ ਹੈ ਰਾਤ ਨੂੰ। ਤੇ ਫਿਰ ਸੌਂਦੇ ਕਿੱਦਾਂ ਆ? ਸੌਂਦੇ ਬੜੇ ਬਾਜੀ ਚਪੇੜਾ ਮਾਰ ਕੇ ਅੱਧੀ ਰਾਤ ਕੇ ਸੌਂ ਜਾਂਦੇ ਆ। ਉਦੋਂ ਵੀ ਬਲਾੜ ਕੇ ਵਿੱਚ ਕੰਮ ਦੇ ਹਾਰੇ ਥੱਕੇ ਹੋ ਫੇਰ ਡਿੱਗੀ ਤਾਂ ਫੇਰ ਨੀਂਦ ਆਉਂਦੀ, ਉਦਾਂ ਨੀਂਦ ਨਹੀਂ ਆਉਂਦੀ ਹੈਗੀ ਸਹੀ ਤਰੀਕੇ ਨਾਲ। ਬਹੁਤ ਬੁਰਾ ਹਾਲ ਆ।
ਤੇ ਇਹ ਕੀ ਕਹਿ ਰਹੇ ਇਹ ਭਾਜੀ ਹਰ ਸਾਲ ਨਾ ਹੁਣ ਇਹ- ਸਾਨੂੰ ਸਾਲ 'ਚ 3 ਵਾਰੀ ਆਉਣਾ ਪੈਂਦਾ ਇਹਨਾਂ ਕੋਲ, ਤਾਂ ਜਾ ਕੇ ਹੁੰਦੀ ਆ। ਹੁਣ ਇਹ ਗੱਲ ਕਹਿੰਦੇ ਆ ਵੀ ਅਸੀਂ ਜੀ 15 ਦਿਨ ਹੋ ਗਏ ਦਵਾਈ ਪਾਉਂਦਿਆਂ ਨੂੰ, ਜੇ 15 ਦਿਨ ਦਵਾਈ ਪਾਉਂਦਿਆਂ ਨੂੰ ਹੁੰਦੇ ਹੋਏ ਤਾਂ ਫਿਰ ਸਾਡੇ ਘਰਾਂ 'ਚ ਕਿਉਂ ਸੁਸਰੀ ਚੱਲ ਜਵੇ। ਇਹਨਾਂ ਨੂੰ ਗਵਰਨਮੈਂਟ ਨੂੰ ਤੁਸੀਂ ਕਦੀ ਪਹਿਲਾਂ ਵੀ ਸ਼ਿਕਾਇਤ ਕੀਤੀ ਇਹਦੇ ਬਾਰੇ? ਅਸੀਂ ਪਹਿਲਾਂ ਵੀ ਕੀ ਕਰ ਚੱਕਿਆ, ਪਿਛਲੇ ਸਾਲ ਵੀ 2 ਵਾਰੀ ਕੀਤੀ ਇਸ ਤੇ, ਕਿਉਂ ਹਾੜੀ ਸੌਣੀ ਵਿੱਚ ਇਹ ਆ ਜਾਂਦੀ ਹੈ ਜੀ। ਕੀ ਨਾ ਭਾਜੀ? ਭਾਜੀ ਮੇਰਾ ਨਾਮ ਨਾਜਰਿਆ, ਪਿੰਡ ਮੇਰਾ ਲਾਂਡ ਆਇਆ, ਸਾਡਾ ਇੱਥੇ ਨਾਲ ਰੋਜਾ ਆ ਜਗ੍ਹਾ ਤੇ। ਅਸੀਂ ਪਿਛਲੇ ਵੀਰਵਾਰੀ ਲੰਗਰ ਲਾਉਣਾ ਸੀ, ਇਹ ਸੁਸਰੀ ਤੋਂ ਦੁਖੀ ਹੋਇਆ ਨੇ ਅਸੀਂ ਲੰਗਰ ਵੀ ਨਹੀਂ ਲਾਇਆ ਉੱਥੇ। ਅਸੀਂ ਸਰਪੰਚ ਨੂੰ ਇਹਨਾਂ ਨੂੰ ਵੀ ਕੰਪਲੇਂਟ ਕੀਤੀ, ਲਾਂਡ ਵਾਲਿਆਂ ਨੇ ਵੀ, ਉਹ ਕਹਿੰਦੇ ਅਸੀਂ ਵੀ ਤੁਹਾਡੇ ਨਾਲ ਦੁਖੀ ਆ, ਵੀ ਸਾਰਾ ਪਿੰਡ ਸਾਡਾ ਬਹੁਤ ਜ਼ਿਆਦਾ ਦੁਖੀ ਆ ਸੁਸਰੀ ਤੋਂ। ਹਫ਼ਤਾ 10 ਦਿਨ ਹੋ ਗਿਆ ਜਿਹੜਾ ਸ਼ਾਮ ਦੀ ਰੋਟੀ ਖਾਣੀ ਬੰਦ ਹੋ ਗਈ ਸਾਡੀ। ਕਾਰਨ ਕੀ? ਕਾਰਨ ਕੀ, ਇਹ ਸੁਸਰੀ ਦੇ ਕੰਟਰੋਲ ਨਹੀਂ ਕਰਦੇ। ਜਦੋਂ ਇੱਥੇ 3-4 ਗੇੜੇ ਕੱਢੀ ਦੇ ਅਸੀਂ ਨਾ ਕੋਈ ਬੰਦੇ ਇਕੱਠੇ ਕਰਕੇ, ਉਦੋਂ ਬਾਅਦ ਸ਼ੁਰੂ ਇਹ ਦਵਾਈ ਪਾਉਣੀ ਸ਼ੁਰੂ ਕਰਦੇ। ਪਤਾ ਨਹੀਂ ਇਹ ਦਵਾ ਕੋਲ ਰੱਖ ਲੈਂਦੇ ਆ, ਨਹੀਂ ਪਾਉਂਦੇ, ਕੀ ਕਰਦੇ ਆ। ਹਰ ਸਾਲ ਸਾਨੂੰ 2-3 ਵਾਰੀ ਇੱਥੇ ਆਉਣਾ ਪੈਂਦਾ ਹੈ ਹਰ ਸਾਲ ਦੇ ਵਿੱਚ। ਘਰ ਦੇ ਵਿੱਚ ਕਿੰਨੀ ਕੁ ਸੁਸਰੀ ਆ ਰਹੀ ਘਰ ਹੈ? ਦੇ ਵਿੱਚ ਵੀ ਹੁਣ ਤੁਹਾਨੂੰ ਫਿਲਮ ਬਣਾਈਓ ਆ, ਘੱਟੋ ਘੱਟ ਮੈਂ 3 ਕਮਰਿਆਂ 'ਚੋਂ ਪੌਣਾ ਹਨਾ ਲੋਂਡਾ, ਅੱਧਾ ਛੋਟਾ ਲੋਂਡਾ, ਪੌਣਾ ਲੋਂਡਾ ਕੱਢਿਆ ਸੁਸਰੀ ਦਾ ਮਰੀਜ਼ ਦਾ। ਕਿ ਕੱਲ ਮੈਂ 700 ਦੀ ਦਵਾਈ ਫਲੋਰੋਂ ਲਿਆ ਕੇ ਆਪਣੇ ਸਪਰੇਅ ਕੀਤੀ ਸਾਰੇ ਘਰ ਦੇ ਵਿੱਚ ਚੱਲ ਦਵਾਈ ਪਰੋਡੇ ਦੇ। ਨਹੀਂ ਫਿਰ ਪ੍ਰੋਫਿਟ ਤਾਂ ਇਹ ਲੈ ਰਹੇ ਆ ਤੇ ਪ੍ਰੋਡਕਟ ਇੱਕ ਸੁਣਦੇ ਨਹੀਂ, ਬਸ ਹੁਣ ਸਾਨੂੰ ਕਹਿ ਦਿੰਦੇ ਆ ਅਸੀਂ ਦਵਾਈ ਸ਼ੁਰੂ ਕੀਤੀ ਹੋਈ ਆ ਜੀ ਪਾਉਣੀ, ਬਸ ਲੇਬਰ ਲੱਗੀ ਹੋ ਅੰਦਰ ਜਾ ਕੇ ਦੇਖ ਲਓ, ਬਸ ਆਹ ਗੱਲ ਕਹਿ ਕੇ ਹੋ ਜਾਂਦੇ ਆ। ਹੁਣ ਵੀ ਅਸੀਂ ਗਿੜਾ ਕੱਢਿਆ, 4-5 ਬੰਦੇ ਇਹਨਾਂ ਦੇ ਉਧਰ ਲੰਮੇ ਪਏ ਆ, 5-6 ਬੁੜੀਆਂ ਸੀਗੀਆਂ ਉਹ ਵੀ ਬੈਠੀਆਂ ਚੌਕੜੇ ਵਾਲ, ਉੱਥੇ 7 ਕੁ ਮੁੰਡੇ ਉਹ ਪਰਲੇ ਫਾਰਮ 'ਚ ਲੱਗੇ ਹੋਏ ਸੀ, ਬਸ ਉਹ ਵੀ ਕਵਰ ਲਾਉਣ ਲੱਗੇ ਹੋਏ ਸੀ। ਇਹਨੇ ਸਾਨੂੰ ਇਹ ਕਹਿੰਦੇ ਬਸ ਅਸੀਂ ਦੀ ਦਵਾਈ ਪਾਉਂਦੇ ਆ, ਬਸ ਉਹ 5-4 ਦਿਨਾਂ ਕੇ ਹਟ ਜਾਣੀ ਆ। ਨਹੀਂ ਇਹ ਜੇ ਇਹ ਦਵਾਈ ਪਾਉਂਦੇ ਹੁੰਦੇ ਤਾਂ ਤੁਸੀਂ ਦਵਾਈ ਕਾਹਤੇ ਪਾਉਂਦੇ? ਫੇ ਅਸੀਂ ਪਾਉਣੀ ਨਾ ਸੀ, ਅਸੀਂ ਇੱਥੇ ਆਉਣਾ ਹੀ ਨਾ ਸੀ, ਨਾ ਅਸੀਂ ਕਿਸੇ ਨੂੰ ਹੋਰ ਨੂੰ ਕਹਿਣਾ ਹੀ ਨਹੀਂ ਸੀ ਅਸੀਂ ਕਿਸੇ ਨੂੰ। ਉੱਦਾਂ ਅਸੀਂ ਹੋ ਰਿਹਾ ਕਦੇ ਇਹਨਾਂ ਨੂੰ ਕੋਈ ਆਏ ਨਹੀਂ। ਜਦੋਂ ਅਸੀਂ ਇਹਨੇ ਤੰਗ ਹੋਏ ਤਾਂ ਕੰਨਾਂ 'ਚ ਵੜਨ ਲੱਗ ਪੈਂਦੀ ਆਣ ਕੇ ਨਾ, ਫਿਰ ਇਹਨਾਂ ਕੋਲ ਪਹੁੰਚੀ ਦਾ ਮਹਾਰਾਜ ਸਾਨੂੰ ਹੁਣ ਅਸੀਂ ਮਾਰਨ ਲੱਗੇ ਹਾਰ ਕੇ। ਅਸੀਂ ਤਾਂ ਅੱਜ ਇਹਨਾਂ ਨੂੰ ਕਿਹਾ ਵੀ ਸਾਡੇ ਗੋਲੀ ਮਾਰ ਦਿਓ, ਕੰਮ ਸਾਡੀ ਜਾਨ ਤਾਂ ਸਕਾਲੀ ਨਿਕਲ ਜੂਗੀ। ਅਸੀਂ ਇੰਨੇ ਇਹਨਾਂ ਤੋਂ ਦੁਖੀ ਆ। ਕਹਿਣ ਦਾ ਮਤਲਬ ਕਿ ਰਾਤ ਨੂੰ ਸੌਣਾ ਨਹੀਂ ਮਿਲਦਾ। ਭਾਜੀ ਕੰਮ ਤੋਂ ਹਟ ਗਏ ਆ, 5-6 ਦਿਨ ਹੋਇਆ ਕੰਮ ਤੇ ਨਹੀਂ ਜਾਂਦੇ, ਵੀ ਗੱਡੀ ਆ ਛੋਟੀ ਲਈ ਆ, ਵੀ ਕਿਸੇ ਦੇ ਵਿੱਚ ਨਾ ਵੱਜਵੇ ਨਿੰਦਿਆ ਤੋਂ। ਹਾਰ ਕੇ ਉਹ ਗੱਡੀ ਵੀ ਉੱਥੇ ਖੜੀ ਕਰਤੀ ਆ। ਇੰਨੇ ਦੁਖੀ ਹੋ ਗਏ ਵੀ ਸਾਰੀ ਰਾਤ ਨੀਂਦ ਆਉਂਦੀ, ਕਿਤੇ ਸੁੱਤਿਆਂ ਤੋਂ ਹੋਰ ਨਾ ਕਿਸੇ 'ਚ ਵੱਜੇ, ਕੋਈ ਸਾਡੇ ਥੱਲੇ ਆ ਗਿਆ, ਅਸੀਂ ਕਿੱਥੋਂ ਭਰਾਂਗੇ ਗਰੀਬ ਬੰਦੇ। ਘਰਾਂ ਦੇ ਵਿੱਚ ਮੰਜਿਆਂ ਤੇ ਸੁਸਰੀ ਜ਼ਿਆਦਾ ਆ। ਮੰਜਿਆਂ ਦੇ ਭਾਜੀ ਭਾਂਡਿਆਂ ਦੇ ਵਿੱਚ ਗੁੰਨ ਹੋਈ ਜਾਂਦੇ ਆ ਸਾਰੇ। ਜਿੱਥੇ ਅਸੀਂ ਲੋੜਾ ਨਾ ਇਦਾਂ ਲੋੜਾ ਖਾਲੀ ਭਾਂਡਾ ਕੋਈ ਰਹਿ ਜਾਂਦੀ ਕੌਲੀ, ਉਹ 'ਚ ਵੀ 15-20 ਦਾਣੇ ਹੁੰਦੇ ਆ। ਗਲਾਸ ਖੜਾ ਕਰਦੀ ਉਹ 'ਚ ਵੀ 7-8 ਦਾਣੇ ਹੁੰਦੇ ਆ। ਸ਼ਾਮ ਨੂੰ ਖੜਾ ਕਰੀਦਾ ਧੋ ਕੇ, ਸਵੇਰ ਨੂੰ ਉਹਦੇ 'ਚ ਦਾਣੇ ਹੁੰਦੇ ਆ। ਇੰਨੇ ਅਸੀਂ ਦੁਖੀ। ਸਤਿ ਸ਼੍ਰੀ ਅਕਾਲ ਜੀ, ਮੈਂ ਦਲਵਾਰ ਰਾਜ ਜੀ। ਇੱਥੇ ਅਸੀਂ ਸਟੋਰ ਤੇ ਆਏ ਆ ਜੀ, ਪਰ ਸਾਡੇ ਘਰਾਂ ਦੇ ਵਿੱਚ ਇੰਨਾ ਬੁਰਾ ਹਾਲ ਹੋ ਚੁੱਕਾ ਵੀ ਸਾਡੇ ਬੱਚਿਆਂ ਨੂੰ ਵੀ ਜਾਣੀ ਇੰਨੀ ਤੰਗੀ ਆ। ਅਸੀਂ ਸਾਰੀ ਰਾਤ ਬੱਚਿਆਂ ਨੂੰ ਸਾਂਭਣ ਤੇ ਲਾ ਦਿੱਤੀ ਹੈ ਜੀ ਸੁਸਰੀ ਤੋਂ। ਸਾਰੇ ਲਪੇਟ ਕੇ ਪਈ ਜਾ। ਹਾਂ, ਕੋਈ ਰੋਟੀ ਨਹੀਂ ਖਾ ਸਕਦਾ। ਜੇ ਰੋਟੀ ਵੀ ਖਾਣੇ ਕੌਲੀਆਂ ਦੇ ਵਿੱਚ ਮਤਲਬ ਸੁਸਰੀ ਵੜ ਜਾਂਦੀ ਆ ਕੇ। ਤੇ ਹੁਣ ਅਸੀਂ ਸੌਣਾ ਪੈਣਾ, ਸਾਨੂੰ ਇੰਨਾ ਮੁਸ਼ਕਲ ਹੋ ਚੁੱਕਾ ਹੈ ਜੀ ਵੀ ਤੁਸੀਂ ਇਹਦਾ ਰਹੇ ਰੱਬ ਦਾ ਨਾਮ। ਕਿਉਂਕਿ ਅਸੀਂ ਇਹਨਾਂ ਦੇ ਕੋਲ ਆਏ ਆ ਤਾਂ ਇਹਨਾਂ ਨੇ ਇਹ ਗੱਲ ਕਹੀ ਆ ਅਸੀਂ ਦਵਾਈ ਪਾ ਰਹੇ ਆ। ਜੇ ਦਵਾਈ ਪਾਉਂਦੇ ਹੁੰਦੇ ਤਾਂ ਸੁਸਰੀ ਇੱਥੋਂ ਬਾਹਰ ਹੀ ਨਹੀਂ ਸੀ ਜਾਣੀ। ਤੇ ਹੁਣ ਅਸੀਂ ਘਰਾਂ ਦੇ ਵਿੱਚ ਕਿੰਨਾ ਖਰਚਾ ਕਰ ਸਕਦੇ, ਆਮ ਬੰਦਾ ਰੋਟੀ ਪਾਣੀ ਖਾਣ ਲਈ ਔਖਾ ਆ, ਤੇ ਉਹ ਦਵਾਈ ਕਿੱਥੋਂ ਲਿਆ ਕੇ ਪਾਲੂਗਾ। ਤਾਂ ਜੇ ਇਹਨਾਂ ਨੇ ਜਾਣੀ ਗੱਲ ਇਹ ਆ ਜੀ, ਇਹ ਗੱਲ ਕਹਿ ਕੇ ਸਾਨੂੰ ਤੋੜ ਦਿੰਦੇ, ਕਰ ਇਹ ਕੁਛ ਨਹੀਂ ਰਿਹਾ। ਇਸ ਕਰਕੇ ਆ ਵੀ ਇਹ ਸਾਡੀ ਮਤਲਬ ਹੱਥ ਜੋੜ ਕੇ ਬੇਨਤੀ ਆ ਵੀ ਇਸ ਗੱਲ ਦਾ ਮਤਲਬ ਕਿ ਨਿਰਣਾ ਲਿਓ ਤੇ ਸਾਨੂੰ ਜਾਣ ਕੇ ਸੁਖੀ ਕਰੋ। ਨਹੀਂ ਤਾਂ ਵੀ ਸਾਡਾ ਔਖਾ, ਨਹੀਂ ਤਾਂ ਸਾਨੂੰ ਕਿਸੇ ਹੋਰ ਜਗ੍ਹਾ ਲੈ ਜਾਓ ਤੇ ਜਿੱਥੇ ਜਾ ਕੇ ਅਸੀਂ ਸ਼ਾਂਤੀ ਨਾਲ ਰਹਿ ਸਕੀਏ। ਕਿਉਂ ਬੱਚਿਆਂ ਲਈ ਸਾਨੂੰ ਤਾਂ ਬੜਾ ਹੀ ਔਖਾ ਹੋਇਆ ਜੀ। ਕੰਮ ਕਾਰ ਅਸੀਂ ਕਰ ਨਹੀਂ ਸਕਦੇ, ਕਿਉਂ ਜਾਂ ਸੌਣਾ ਨਹੀਂ ਤਾਂ ਕੰਮ ਕਿੱਥੋਂ ਕਰ ਲੈਣਾ ਜੀ। ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪਿੰਡ ਵਾਸੀਆਂ ਨੇ ਜਿਹੜਾ ਉਹ ਆਪਣਾ ਹਾਲ ਦੱਸਿਆ, ਔਰ ਜਿਹੜੇ ਇੱਥੇ ਦੇ ਇੰਚਾਰਜ ਆਪਾਂ ਤੁਹਾਡੀ ਉਹਨਾਂ ਨਾਲ ਵੀ ਗੱਲਬਾਤ ਕਰਵਾਈ ਕਿ ਉਹਨਾਂ ਨੇ ਮੰਨਿਆ ਕਿ ਅਸੀਂ ਜਿਹੜੇ 1 ਹਫ਼ਤੇ ਤੋਂ ਜਿਹੜੇ ਆ ਉਹ ਤਿਆਰੀ ਕਰ ਰਹੇ ਹਾਂ, ਪਰ ਜਿਹੜਾ ਮਾਲ ਜਿਹੜਾ ਆ ਅੰਦਰ ਜਿਹੜਾ ਪਿਆ ਗਡਾਊਨ ਦੇ ਵਿੱਚ ਜੋ ਮਾਲ ਪਿਆ ਉਹ ਸਰਕਾਰੀ ਆ, ਤੇ ਜਿਹੜੇ ਗਡਾਊਨ ਜਿਹੜੇ ਇਹ ਸਾਰੇ ਜਿਹੜੇ ਬਣੇ ਹੋਏ ਆ ਇਹ ਪ੍ਰਾਈਵੇਟ ਨੇ। ਕਿਤੇ ਨਾ ਕਿਤੇ ਜਿਹੜਾ ਆ ਗੌਰਮੈਂਟ ਤੋਂ ਆ ਰਹੇ ਜਿਹੜੀਆਂ ਚੀਜ਼ਾਂ, ਜਿਹੜੀਆਂ ਗੌਰਮੈਂਟ ਦਾ ਜਿੰਨਾ ਵੀ ਮਾਲ ਪਿਆ, ਜੇ ਸੁਸਰੀ ਜਿਹੜੀ ਆ 4 ਪਿੰਡਾਂ ਦੇ ਵਿੱਚ ਪਹੁੰਚ ਗਈ ਤਾਂ ਅੰਦਰ ਕਿੰਨੀ ਸੁਸਰੀ ਹੋਵੇਗੀ, ਤੇ ਇਹਦਾ ਜਿਹੜਾ ਨੁਕਸਾਨ ਹੋ ਰਿਹਾ ਉਹ ਕੌਣ ਚੱਲੂਗਾ? ਇਹ ਇੱਕ ਵੱਡੇ ਸਵਾਲ ਨੇ, ਔਰ ਇਹਨਾਂ ਦਾ ਸਵਾਲਾਂ ਦਾ ਜਵਾਬ ਕਿਸੇ ਕੋਲ ਨਹੀਂ। ਹਰ ਇੱਕ ਘਰ ਦੇ ਵਿੱਚੋਂ ਅੱਧਾ ਕਿਲੋ ਸੁਸਰੀ ਦਾ ਮਿਲਣਾ ਕਿਤੇ ਨਾ ਕਿਤੇ ਇਸ ਗੱਲ ਦੀ ਨਿਸ਼ਾਨੀ ਆ ਕਿ ਪ੍ਰਸ਼ਾਸਨ ਔਰ ਗਡਾਊਨ ਦੇ ਮਾਲਕ ਜਿਹੜੇ ਆ ਉਹ ਲਾਪਰਵਾਹੀ ਵਰਤ ਰਹੇ ਆ, ਔਰ ਉਸ ਲਾਪਰਵਾਹੀ ਦਾ ਨਤੀਜਾ ਜਿਹੜਾ ਆ ਉਹ ਪਿੰਡ ਵਾਸੀਆਂ ਨੂੰ ਭੁਗਤਣਾ ਪੈ ਰਿਹਾ। ਔਰ ਕਰੇ ਕੋਈ ਭਰੇ ਕੋਈ ਦੀ ਜਿਹੜੀ ਕਹਾਵਤ ਹੈ ਇੱਥੇ ਪੂਰੀ ਢੁੱਕਦੀ ਆ। ਪਰ ਦੇਖਦੇ ਆ ਕਿ ਇਸ ਦਾ ਕੋਈ ਹੱਲ ਹੁੰਦਾ। ਜਿਹੜੀ ਸੁਸਰੀ ਤੋੜ ਕੇ ਖਾ ਰਹੀ ਆ, ਕੀ ਇਸ ਦਾ ਕੋਈ ਹੱਲ ਹੁੰਦਾ, ਜਾਂ ਫਿਰ ਇੱਥੇ ਵੱਡੇ ਪੱਧਰ ਤੇ ਇਹ ਲੋਕ ਜਿਹੜੇ ਆ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਧਰਨਾ ਪ੍ਰਦਰਸ਼ਨ ਕਰਦੇ ਨੇ? ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਫਾਸਟ ਵੇ ਨਿਊਜ਼ ਦੇਖ ਰਹੇ ਹੋ ਤੁਸੀਂ। ਕੈਮਰਾਮੈਨ ਗੁਰਪ੍ਰੀਤ ਬੰਗੜ ਦੇ ਨਾਲ ਅਪਰਾ ਤੋਂ ਮੈਂ ਲਾਲ ਕਮਲ, ਫਾਸਟ ਵੇ ਨਿਊਜ਼ ਲਈ।